Dear students, good morning to all of you. I hope you are all safe. Welcome to our next video. ਆਪਾਂ ਕਰ ਰਹੇ ਸੀ Unit 5 Bin Study 2 Chapter 8 Organizing and Introduction. So today's topic is Principles of Organization. ਸੰਗਠਨ ਦੇ ਸਿਧਾਂਤ। ਜਿਹੜੀ ਆਰਗੇਨਾਈਜੇਸ਼ਨ ਆ ਉਹ ਕਿਹੜੇ ਪ੍ਰਿੰਸੀਪਲਸ ਦੇ ਬੇਸ 'ਚ ਚਲਾਈ ਜਾਂਦੀ ਹੈ। ਜੇ ਆਪਾਂ ਇਫੈਕਟਿਵ ਜਾਂ ਆਰਗੇਨਾਈਜੇਸ਼ਨ ਤੋਂ ਵੱਧ ਫਾਇਦਾ ਚੁੱਕਣਾ ਚਾਹੁੰਦੇ ਹਾਂ ਉਹਦਾ, ਤਾਂ ਕੀ ਆਪਾਂ ਨੂੰ ਕਿਹੜੇ ਪ੍ਰਿੰਸੀਪਲਸ ਨੂੰ ਫੋਲੋ ਕਰਨਾ ਪਵੇਗਾ, ਉਹ ਆਪਾਂ ਪੜ੍ਹਨ ਜਾ ਰਹੇ ਹਾਂ ਅੱਜ। ਸੋ ਪਹਿਲਾਂ ਆਪਾਂ ਪ੍ਰਿੰਸੀਪਲ ਦਾ ਮੀਨਿੰਗ ਕਲੀਅਰ ਕਰਦੇ ਹਾਂ। ਪ੍ਰਿੰਸੀਪਲਸ ਕੀ ਹੁੰਦੇ ਆ ਕਿ ਗਾਈਡਲਾਈਨਸ ਹੁੰਦੀਆਂ ਵਾ ਫॉर ਥਿੰਕਿੰਗ ਐਂਡ ਐਕਸ਼ਨ, ਜਿਹੜੇ ਕਿ ਆਪਾਂ ਨੂੰ ਸੋਚਣ ਵਿੱਚ ਮਦਦ ਕਰਦੇ ਨੇ ਅਤੇ ਸੋਚਣ ਤੋਂ ਬਾਅਦ ਐਕਸ਼ਨ ਲੈਣ ਵਿੱਚ ਮਦਦ ਕਰਦੇ ਨੇ। ਜਿਹੜੇ ਪ੍ਰਿੰਸੀਪਲਸ ਹੁੰਦੇ ਆ ਉਹ ਵਾਰ-ਵਾਰ ਐਕਸਪੈਰੀਮੈਂਟ ਕਰਨ ਤੋਂ ਬਾਅਦ ਬਣਾਏ ਗਏ ਹੁੰਦੇ ਨੇ, ਵੀ ਜਿਹੜੇ ਕਿ ਐਕਸਟੈਂਡਡ ਪ੍ਰਿੰਸੀਪਲਸ ਹੁੰਦੇ ਨੇ, ਜਿਹੜੇ ਕਿ ਆਪਾਂ ਨੂੰ ਮਦਦ ਕਰਦੇ ਆ ਵੀ ਆਰਗੇਨਾਈਜੇਸ਼ਨ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ। ਸੋ ਪਹਿਲਾ ਪ੍ਰਿੰਸੀਪਲ ਕੀ ਕਹਿ ਰਿਹਾ, ਯੂਨਿਟੀ ਆਫ ਆਬਜੈਕਟਿਵ। ਵੀ ਪਹਿਲਾ ਪ੍ਰਿੰਸੀਪਲ ਆਰਗੇਨਾਈਜੇਸ਼ਨ ਨੂੰ ਚਲਾਉਣ ਲਈ ਕਹਿ ਰਿਹਾ ਵਾ ਵੀ ਆਪਣੇ ਕੋਲ ਯੂਨਿਟੀ ਆਫ ਆਬਜੈਕਟਿਵ ਹੋਣੀ ਚਾਹੀਦੀ ਹੈ, ਉਦੇਸ਼ ਦੀ ਏਕਤਾ ਹੋਣੀ ਚਾਹੀਦੀ ਹੈ। ਮੀਨਸ ਵੀ ਯੂਨਿਟੀ ਆਫ ਆਬਜੈਕਟਿਵ ਕੀ ਕਰਦਾ ਵਾ, ਇਹ ਪ੍ਰੋਵਾਈਡ ਕਰਦਾ ਸੈਂਸ ਆਫ, ਇੱਕ ਸਾਹਮਣਾ ਫੀਲਿੰਗ ਪ੍ਰੋਵਾਈਡ ਕਰਦਾ ਵੀ ਆਪਣਾ ਪਰਪਸ ਕੀ ਆ, ਅਤੇ ਆਪਾਂ ਨੂੰ ਡਾਇਰੈਕਸ਼ਨ ਦਿੰਦਾ ਰਹਿੰਦਾ ਵਾ ਵਾਰ-ਵਾਰ ਵੀ ਆਪਾਂ ਕਿਸ ਲਈ ਆਰਗੇਨਾਈਜੇਸ਼ਨ ਨੂੰ ਚਲਾਇਆ ਹੈ। ਦੱਸ ਇਹਦੇ ਨਾਲ ਮਦਦ ਨਾਲ ਕੀ ਹੁੰਦਾ ਜੀ, ਯੂਨਿਟੀ ਆਫ ਆਬਜੈਕਟਿਵ ਹੋਊਗੀ ਤਾਂ ਮਦਦ ਨਾਲ ਇਸ ਨਾਲ ਕੀ ਹੋਊਗਾ, ਇੰਡੀਵਿਜੂਅਲ ਡਿਪਾਰਟਮੈਂਟਲ ਐਂਡ ਓਵਰਆਲ ਆਬਜੈਕਟਿਵਸ ਮਸਟ ਬੀ ਇਨ ਯੂਨੀਸਨ ਮਤਲਬ ਉਹਨਾਂ ਵਿੱਚ ਏਕਤਾ ਹੋਣੀ ਚਾਹੀਦੀ ਹੈ, ਸਾਰਿਆਂ ਦਾ ਆਬਜੈਕਟਿਵ ਇੱਕ ਹੀ ਹੋਣਾ ਚਾਹੀਦਾ ਟੂ ਸਟੀਅਰ ਦਾ ਹੋਲ ਆਰਗੇਨਾਈਜੇਸ਼ਨ, ਤਾਂ ਕਿ ਆਪਾਂ ਸਟੀਅਰ ਮਤਲਬ ਚਲਾਉਣਾ, ਹੋਲ ਆਰਗੇਨਾਈਜੇਸ਼ਨ ਨੂੰ ਚਲਾ ਸਕੀਏ ਟੁਵਰਡਸ ਪ੍ਰੀ ਡਿਟਰਮਾਈਨਡ ਡਾਇਰੈਕਸ਼ਨ। ਜਿਹੜੀ ਆਪਾਂ ਡਾਇਰੈਕਸ਼ਨ ਪਹਿਲਾਂ ਤੋਂ ਮੈਂਸ਼ਨ ਕੀਤੀ ਜਿਹੜੇ ਆਪਾਂ ਗੋਲਸ ਅਚੀਵ ਕਰਨੇ ਚਾਹੁੰਦੇ ਹਾਂ ਉਹਨਾਂ ਤੱਕ ਪਹੁੰਚਿਆ ਜਾ ਸਕੇ, ਇਸ ਲਈ ਆਪਣੇ ਕੋਲ ਯੂਨਿਟੀ ਆਫ ਆਬਜੈਕਟਿਵ ਪ੍ਰਿੰਸੀਪਲ ਹੋਣਾ ਚਾਹੀਦਾ ਵਾ। ਦੂਜਾ ਪ੍ਰਿੰਸੀਪਲ, ਜੇ ਆਰਗੇਨਾਈਜੇਸ਼ਨ ਨੂੰ ਆਪਾਂ ਵਧੀਆ ਤਰੀਕੇ ਨਾਲ ਚਲਾਉਣਾ ਚਾਹੁੰਦੇ ਹਾਂ ਤਾਂ ਆਪਣੇ ਕੋਲ ਡਿਵੀਜ਼ਨ ਆਫ ਲੇਬਰ ਕਰਨੀ ਪੈਂਦੀ ਹੈ, ਆਪਾਂ ਨੂੰ ਕੰਮ ਦੀ ਵੰਡ ਕਰਨੀ ਪੈਂਦੀ ਹੈ। ਡਿਵੀਜ਼ਨ ਆਫ ਲੇਬਰ ਕੀ ਕਹਿੰਦੇ ਆ, ਇਹਦੇ ਨਾਲ ਕੀ ਹੋਊਗਾ, ਜੇ ਆਪਾਂ ਡਿਵੀਜ਼ਨ ਆਫ ਲੇਬਰ ਕਰਾਂਗੇ ਤਾਂ ਬ੍ਰਿੰਗਸ ਕੀ ਆਪਣੇ ਕੋਲ ਆਊਗੀ ਐਫੀਸ਼ੀਐਂਸੀ ਐਂਡ ਮੇਕਸ ਵਰਕਰ ਸਪੈਸ਼ਲਿਸਟ। ਜੇ ਆਪਾਂ ਡਿਵੀਜ਼ਨ ਆਫ ਲੇਬਰ ਕਰਾਂਗੇ ਵੀ ਜਿਹੜਾ ਪਰਸਨ ਲਾਇਬਲ ਆ ਉਸ ਨੂੰ ਹੀ ਆਪਾਂ ਉਹ ਵਰਕ ਦੇਵਾਂਗੇ ਤਾਂ ਉਹ ਕੀ ਹੋਊਗਾ, ਉਸ ਵਿੱਚ ਐਫੀਸ਼ੀਐਂਸੀ ਇੱਕ ਤਾਂ ਆਵੇਗੀ, ਕਾਰਜਕੁਸ਼ਲਤਾ ਉਸ ਵਿੱਚ ਆਵੇਗੀ, ਦੈਨ ਕਿ ਉਹ ਸਪੈਸ਼ਲ ਹੋ ਜਾਵੇਗਾ ਉਸ ਵਰਕ ਵਿੱਚ। ਇਸ ਤੋਂ ਇਲਾਵਾ ਹੋਰ ਕੀ ਹੋਊਗਾ, ਆਲਸੋ ਹੈਲਪਸ ਟੂ ਐਕਸਟੈਂਡ ਮੈਨੇਜੀਰੀਅਲ ਜੋਬਸ। ਜਿਹੜੇ ਮੈਨੇਜੀਰੀਅਲ ਜੋਬਸ ਮਤਲਬ ਮੈਨੇਜਮੈਂਟ ਰਿਲੇਟਡ ਜੋਬਸ ਆ, ਜਿਵੇਂ ਪੋਲਿਸੀਜ਼ ਜਿਹੜੇ ਬਣਾਉਂਦੇ ਆ ਉਹਨਾਂ ਵਿੱਚ ਜੋਬਸ ਦੀ ਓਪਰਚੁਨਿਟੀਜ਼ ਉਹਨਾਂ ਨੂੰ ਮਿਲਣਗੀਆਂ। ਨੰਬਰ 3 ਕੀ ਹੈ, ਸਕੈਲਰ ਚੇਨ ਆਫ ਕਮਾਂਡ। ਇਹ ਪ੍ਰਿੰਸੀਪਲ ਕੀ ਕਹਿ ਰਿਹਾ ਬਈ, ਨਿਰਦੇਸ਼ ਦੀ ਕੜੀ। ਇਹ ਕਹਿ ਰਿਹਾ ਵਾ ਪ੍ਰਿੰਸੀਪਲ ਆਫ ਸਕੈਲਰ ਚੇਨ ਕਨੈਕਟਸ ਆਲ ਦਾ ਮੈਨੇਜੀਰੀਅਲ ਪੋਜੀਸ਼ਨਸ ਮੀਨਸ ਜਿਹੜੇ ਅਹੁਦੇ ਹੁੰਦੇ ਆ ਨਾ ਫਰੋਮ ਟੋਪ ਟੂ ਮੈਨੇਜਮੈਂਟ, ਇਹਨਾਂ ਨੂੰ ਕਨੈਕਟ ਕਰਨ ਵਿੱਚ ਮਦਦ ਕਰਦਾ ਵਾ। ਇਸ ਲਈ ਕੀ ਹੋਊਗਾ, ਜੇ ਸਕੈਲਰ ਚੇਨ ਦਾ ਪ੍ਰਿੰਸੀਪਲ ਆਪਾਂ ਯੂਜ਼ ਕਰਾਂਗੇ ਤਾਂ ਆਪਾਂ ਕੋਲ ਇਫੈਕਟਿਵ ਕਮਿਊਨੀਕੇਸ਼ਨ ਹੋਊਗੀ ਆਪਣੀ ਆਰਗੇਨਾਈਜੇਸ਼ਨ। ਅਤੇ ਇਫੈਕਟਿਵ ਕਮਿਊਨੀਕੇਸ਼ਨ ਨਾਲ ਕੀ ਹੋਊਗਾ, ਹੈਲਪਸ ਟੂ ਅਵੋਇਡ ਅਨਨੈਸੈਸਰੀ ਕਨਫਿਊਜ਼ਨ, ਵੀ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਅਵੋਇਡ ਕੀਤਾ ਜਾ ਸਕਦਾ। ਜੇ ਕਨਫਿਊਜ਼ਨ ਨਾ ਰਹੇਗੀ ਤਾਂ ਕੰਟੀਨਿਊਸ ਤੌਰ 'ਤੇ ਆਪਾਂ ਕੰਮ ਕਰ ਸਕਦੇ ਹਾਂ, ਪ੍ਰੋਡਕਸ਼ਨ ਨੂੰ ਵਧਾ ਸਕਦੇ ਹਾਂ ਅਤੇ ਆਰਗੇਨਾਈਜੇਸ਼ਨ ਕਰਨ ਦਾ ਆਪਾਂ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹਾਂ। ਨੰਬਰ 4 'ਤੇ ਕੀ ਹੈ, ਸਪੈਨ ਆਫ ਕੰਟਰੋਲ। ਸਪੈਨ ਆਫ ਕੰਟਰੋਲ ਕੀ ਹੈ, ਕੰਟਰੋਲ ਦਾ ਖੇਤਰ। ਇਹਦਾ ਮੀਨਸ ਕੀ ਹੈ, ਡਿਫਾਈਨ ਦਾ ਏਰੀਆ ਆਫ ਆਪਰੇਸ਼ਨ। ਏਰੀਆ ਆਫ ਆਪਰੇਸ਼ਨ ਕਿਸੇ ਨੂੰ ਡਿਫਾਈਨ ਕਰਦਾ, ਕਿਸੇ ਮੈਨੇਜਰ ਨੂੰ ਡਿਫਾਈਨ ਕਰਨਾ ਵੀ ਉਸ ਦਾ ਏਰੀਆ ਆਫ ਆਪਰੇਸ਼ਨ ਕੀ ਹੈ, ਉਸਨੇ ਕਿਹੜੇ ਏਰੀਏ ਵਿੱਚ ਰਹਿ ਕੇ ਆਪਣਾ ਕੰਮ ਕਰਨਾ ਹੈ। ਸਪੈਨ ਆਫ ਕੰਟਰੋਲ ਦਾ ਕੀ ਆ ਵੀ ਉਹ ਆਨਸਰ ਆਪਾਂ ਨੂੰ ਕਰਦੀ ਹੈ, ਆਨਸਰਸ ਦਾ ਫੋਲੋਇੰਗ ਕੁਐਸਚਨ। ਉਹ ਕੀ ਆਨਸਰ ਕਰਦੀ ਹੈ ਵੀ ਹਾਊ ਮੈਨੀ ਸਬੋਰਡੀਨੇਟਸ ਕਰਮਚਾਰੀ, ਹਾਊ ਮੈਨੀ ਸਬੋਰਡੀਨੇਟਸ ਕੈਨ ਏ ਮੈਨੇਜਰ ਸੁਪਰਵਾਈਜ਼ ਇਫੈਕਟਿਵਲੀ, ਵੀ ਇੱਕ ਮੈਨੇਜਰ ਕਿੰਨੇ ਸਬੋਰਡੀਨੇਟਸ ਨੂੰ ਸੁਪਰਵਾਈਜ਼ ਕਰ ਸਕਦਾ ਇਫੈਕਟਿਵਲੀ, ਪੂਰੇ ਚੰਗੇ ਤਰੀਕੇ ਨਾਲ। ਅਤੇ ਮੈਨੇਜਮੈਂਟ ਜਿਹੜੇ ਐਕਸਪਰਟਸ ਹੁੰਦੇ ਆ ਉਹ ਅਨੇਬਲ ਹੁੰਦੇ ਆ ਟੂ ਫਿਕਸ ਐਗਜ਼ੈਕਟ ਨੰਬਰ ਆਫ ਸਬੋਰਡੀਨੇਟਸ, ਵੀ ਇੱਕ ਮੈਨੇਜਰ ਅੰਡਰ ਕਿੰਨੇ ਸਬੋਰਡੀਨੇਟਸ ਹੋਣੇ ਚਾਹੀਦੇ ਇਹ ਐਗਜ਼ੈਕਟ ਨਹੀਂ ਦੱਸ ਸਕਦੇ। ਇਸ ਲਈ ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਵਾਈਡ ਸਪੈਨ ਹੁੰਦੀ ਆ, ਮਤਲਬ ਵਾਈਡ ਜਿਵੇਂ ਨਾਂ ਤੋਂ ਕਲੀਅਰ ਹੋ ਰਿਹਾ ਇਸ ਦਾ ਖੇਤਰ ਵੱਡਾ ਹੁੰਦਾ ਹੈ, ਅਤੇ ਨੈਰੋ ਸਪੈਨ ਮਤਲਬ ਜਿਹਦਾ ਖੇਤਰ ਛੋਟਾ ਹੋਵੇ। ਜਿਵੇਂ ਡਾਇਗਰਾਮਸ ਤੋਂ ਸ਼ੋਅ ਹੋ ਰਿਹਾ ਵੀ ਇੱਕ ਮੈਨੇਜਰ ਵਾਈਡ ਸਪੈਨ ਵਿੱਚ ਕੀ ਹੈ, ਓਨਲੀ ਇੱਕ ਮੈਨੇਜਰ, ਅਤੇ ਉਸ ਅੰਡਰ ਕਾਫੀ ਜਿਹੜੇ ਸਬੋਰਡੀਨੇਟਸ ਆ ਰਹੇ ਆ, ਕਾਫੀ ਜ਼ਿਆਦਾ ਇਹਦੇ ਵਿੱਚ ਸਬੋਰਡੀਨੇਟਸ ਆ ਰਹੇ ਨੇ। ਇਸ ਤੋਂ ਕੀ ਭਾਵ ਹੈ ਵੀ ਜਿਹੜਾ ਮੈਨੇਜਰ ਦਾ ਉਹ ਖੇਤਰ ਇੱਥੇ ਕੀ ਆ, ਵਾਈਡ ਸਪੈਨ ਆ, ਵੀ ਉਸ ਦਾ ਖੇਤਰ ਜਿਹੜਾ ਆਪਰੇਸ਼ਨ ਉਹ ਕਾਫੀ ਜ਼ਿਆਦਾ ਵੱਡਾ ਹੈ। ਦੈਨ ਕੀ ਨੈਰੋ ਸਪੈਨ ਦਾ ਖੇਤਰ ਕੀ ਆ, ਇਸ ਵਿੱਚ ਜਿਹੜੀਆਂ ਰਿਸਪੋਂਸੀਬਿਲਿਟੀਜ਼ ਅਥੋਰਟੀਜ਼ ਵੰਡੀਆਂ ਹੋਈਆਂ ਨੇ, ਜਿਹੜਾ ਇੱਕ ਮੈਨੇਜਰ ਉਹ 3 ਮੈਨੇਜਰਸ ਨੂੰ ਹੈਂਡਲ ਕਰ ਰਿਹਾ ਵਾ, ਸਬ ਮੈਨੇਜਰਸ ਨੂੰ, ਦੈਨ ਜਿਹੜੇ ਸਬ ਮੈਨੇਜਰਸ ਆ ਉਹ ਆਪਦੇ ਅੰਡਰ ਸਬੋਰਡੀਨੇਟਸ ਨੂੰ ਕੰਟਰੋਲ ਕਰ ਰਹੇ ਨੇ। ਅਤੇ ਇਸ ਤਰ੍ਹਾਂ ਕੀ ਹੈ, ਇੱਥੇ ਨੈਰੋ ਸਕੋਪ ਆ ਜਾਂਦਾ ਵਾ, ਸਪੈਨ ਮਤਲਬ ਖੇਤਰ, ਕੰਮ ਦਾ ਖੇਤਰ ਨੈਰੋ ਆ ਜਾਂਦਾ ਹੈ।
दैन कि जो एग्जैक्ट स्पैन ऑफ कंट्रोल होंदा वो डिपेंड्स काफ़ी फैक्टर्स ते करदा, जिवें नंबर ऑफ फैक्टर्स ते करदा डिपेंड, जिवें सच एज नेचर एंड टाइप ऑफ वर्क अपने कोल किस तरह का है। जो वर्क अपने कोल आसान है तो आपां नूं की करना चाहिए भी आपां इदां उसनूं इफैक्टिव तरीके नाल कर सकते हैं। जे आपां नैरो स्पैन रखांगे, फाइनैंशियल कॉस्ट जे आपां वेखणी है, जे कॉस्ट अपने प्रोजैक्ट की काफ़ी ज़्यादा है तो आपां नूं उस वल वध ध्यान देना पवेगा। तो इसलिए आपां नूं इफैक्टिव करने लई आपां नैरो स्पैन यूज़ करांगे। दैन की आ नेचर ऑफ ऑर्गेनाइजेशन गोल कि जिन्हें आप छेती अचीव करना चाਹੁੰਦੇ उन्होंने या हौली हौली अचीव करना चाਹੁੰਦੇ तो उसके हिसाब नाल आपां वाइड स्पैन या नैरो स्पैन चूज़ कर सकते हैं। जर्नी तौर पर देखिए तो जी स्पैन ऑफ कंट्रोल की होंदा वा समॉलर कितने होंगे हाईयर लैवल्स वाले परसनस ਜਿਹੜੇ ਉਹਨਾਂ ਨੇ ਕੀ ਕੰਮ करना होंदा है, ओनली पॉलिसीज़ बनाउणियां होंदियां ने तो उत्थे किहड़ा स्पैन यूज़ किया जाता है, नैरो स्पैन। दैन कि जो लार्जर कितने होंगे लोअर लैवल से किए जाते, क्योंकि इतने काफ़ी ज़्यादा कर्मचारी होंगे ने, इंपलॉयज़ होंगे जिन्हों तो आप काम लैना होंगे एक्चुअली। नंबर 5 ते प्रिंसीपल जोड़ा वा वो की कह रहा वा कोआर्डीनेशन का प्रिंसीपल की कह रहा वा भी आपां नूं तालमेल बना के रखना चाहिए वा जोड़ा कि ओवरऑल ऑबजैक्टिव होंदा ऑर्गेनाइजेशन का, क्योंकि आपां कोआर्डीनेशन बनाए तो बिना कुछ भी अचीव नहीं कर सकते। जे हरेक वर्कर मतलब अलग अलग डायरैक्शन में काम करेगा तो वो आप अचीव नहीं कर सकते। जिवें आप वैसे भी आम ही सुनिया है भी जे एक परसन कुछ भी नहीं कर सकता, इसलिए आपां नूं कोआर्डीनेशन चाहिए है। एक ही इहदे नाल की होगा हैल्प टू इंटीग्रेट मतलब इकट्ठा करना द इंडिविजुअल ऑबजैक्टिव, ਜਿਹੜੇ ਕੱਲੇ ਪਰਸਨ ਦੇ ਆਬਜੈਕਟਿਵ ਹੋਣਗੇ ਇਹਨਾਂ ਨੂੰ ਇੰਟੀਗ੍ਰੇਟ ਕਰਨ ਵਿੱਚ ਮਦਦ ਹੋਊਗੀ ਵਿਦ ਦਾ ਆਬਜੈਕਟਿਵ ਆਫ ਆਰਗੇਨਾਈਜੇਸ਼ਨ, ਜਿਹੜੇ ਓਵਰਆਲ ਆਬਜੈਕਟਿਵ ਹੋਊਗਾ। ਦਸ ਕੀ ਹੋਊਗਾ ਇਟ ਇੰਪੋਰਟੈਂਟ ਟੂ ਮੀਟ ਗੋਲਸ, ਇਸ ਤਰ੍ਹਾਂ ਆਪਾਂ ਅਚੀਵ ਕਰ ਸਕਦੇ ਹਾਂ ਗੋਲਸ ਨੂੰ ਇਫੈਕਟਿਵ ਤਰੀਕੇ ਨਾਲ। ਦੈਨ ਆਪਣਾ ਨੈਕਸਟ ਪ੍ਰਿੰਸੀਪਲ ਕੀ ਆ, ਫੰਕਸ਼ਨਲ ਡੈਫੀਨੇਸ਼ਨ। ਫੰਕਸ਼ਨਲ ਮਤਲਬ ਕਾਰਜਸ਼ੀਲ ਪਰਿਭਾਸ਼ਾ। ਇਹਦਾ ਮੀਨਿੰਗ ਕੀ ਹੈ, ਡੈਫੀਨੇਸ਼ਨ ਆਫ ਫੰਕਸ਼ਨ ਵੀ ਕਿਹੜੇ ਪਰਸਨ ਦਾ ਕੀ ਕੰਮ ਹੈ, ਟੂ ਐਵਰੀ ਇੰਪਲੋਇਜ਼ ਐਂਡ ਦ ਡਿਪਾਰਟਮੈਂਟਸ ਕਲੀਅਰਲੀ ਐਂਡ ਸਪੈਸੀਫਾਈਡ। फंक्शन डेफिनेशन की कह रहे हैं भी हरेक जोड़ा इंपलॉय है काम कर रहा या हरेक डिपार्टमेंट उन्होंने क्लीयर तो स्पैसीफाइड होनी चाहिए आपके फंक्शनस उसने की काम करना है। ये की होगा इंड्यूस मतलब उन्होंने डिवेलप होगा सेंस ऑफ रिस्पोंसिबिलिटी, जिम्मेवारी उस डिवेलप होगी। दैन की एमंग द इंपलॉयज़ एंड अवॉइड कन्फ्यूजन अवॉइड की जा सकती है। दैन 7 प्रिंसीपल कह रहे यूनिटी ऑफ कमांड होनी चाहिए है, आदेश की एकता। इंपलाइज की है भी जोड़ा सबॉर्डिनेट है, हरेक सबॉर्डिनेट मस्ट हैव ए सिंगल बॉस, एक बॉस तो उसने ऑर्डर्स लैने होण। मीनस सबॉर्डिनेट्स शुड गैट इंस्ट्रक्शनस फ्रॉम ओनली वन अथॉरिटी, ओनली एक अथॉरिटी तो उन्हें ऑर्डर्स लैने होण, इंस्ट्रक्शनस लैनियां होण। तो इसका की होगा पर्पस, डिसिपलिन एक तो आऊगा, एक फिक्स रिस्पोंसिबिलिटी फिक्स करनी अपन सौखी हो जाएगी, क्योंकि आप यूनिटी ऑफ कमांड फॉलो कर रहे हैं तो आप उस इंपलॉय तो उस इंपलॉयर की जिसने उसने ऑर्डर दिता है उस दे अगेंस्ट आप कोई भी इन्वेस्टिगेशन कर सकते हैं तो डिसिप्लिन मेनटेन कर सकते हैं। नंबर 8 ते प्रिंसीपल की कहना मैनेजमेंट बाय एक्सैप्शन, छूट राही प्रबंध। एक ही डिफाइन करता भी डिफाइन मैटर्स ऑफ एक्सट्रा ऑर्डनरी इंपॉर्टेंस, जिन्हां दी इंपॉर्टेंस एक्सट्रा ऑर्डनरी है, आम भी मतलब जोड़े आम काम चल रहे उन्होंने तो एक इंपॉर्टेंट ज़्यादा वा, एंड अनयूजल जोड़े कि लगातार तौर पर जोड़े लगातार नेचर वाले नहीं है भी हर रोज़ काम जोड़े नहीं होने वाले है, शुड भी रैफर टू टॉप मैनेजमेंट में रैफर होनी चाहिए फॉर कंसिडरेशन, मतलब उन्होंने हल लई टॉप मैनेजमेंट नूं लाइबल होना चाहिए है। मैटर्स ऑफ रूटीन नेचर, जोड़े रूटीन नेचर के काम आ उन्होंने किन्होंने हैंडल करना चाहिए वा, लोअर लैवल मैनेजमेंट वाले हैंडल होना चाहिए वा। तो इसका परपस की होगा, मेक्स द ऑर्गेनाइजेशन स्ट्रोंग एंड इफैक्टिव। स्ट्रोंग एंड इफैक्टिव अपनी ऑर्गेनाइजेशन किद्दां होगी, क्योंकि जो मैनेजमेंट बाय एक्सैप्शन चल रही है तो जो मैनेजमेंट जो पॉलिसीज़ बनाने वाले जोड़े लोग ने वो सिर्फ इन्होंने तरीकों वाली डिवेलपमेंट्स वाली ध्यान देंगे। तो जो डिवेलपमेंट अजकल के जमाने में स्टिफ कंपीटिशन में डिवेलपमेंट आपको चाहिए है, तो इस तरह वो स्ट्रोंग तो इफैक्टिव ऑर्गेनाइजेशन को जन्म दे सकते हैं। नंबर 9 ते की है कंटिन्यूटी मतलब निरंतरता। जोड़ा ऑर्गेनाइजेशन स्ट्रक्चर्स की होना चाहिए, शुड भी फ्लैक्सीबल होना चाहिए वा, टू हैल्प्स टू एडजस्ट इटसेल्फ टू चेंजिंग सर्कमस्टेंस, मतलब फाइनैंशियल क्राइसिस किसी भी तरह के जो अपने को नैचुरल क्लाइमेट किसी तरह के भी सर्कमस्टेंस आते हैं तो उन्होंने चार जो ऑर्गेनाइजेशन स्ट्रक्चर उसमें फ्लैक्सीबल होना चाहिए, चेंज हो जाना चाहिए। इसलिए की होगी स्टेबिलिटी अपनी रहूगी ऑर्गेनाइजेशन की, मतलब आप काफ़ी टाइम तक लंबे समय तक चल सकते हैं विदाउट एनी चेंजिस, एंड कंटिन्यूटी रहूगी ऑर्गेनाइजेशन की इनक्रीज़ होगी।
ਦੈਨ 10ਵਾਂ ਪ੍ਰਿੰਸੀਪਲ ਕੀ ਕਹਿ ਰਿਹਾ ਵਾ, ਯੂਨਿਟੀ ਆਫ ਡਾਇਰੈਕਸ਼ਨ। ਇਹ ਵੀ ਕਹਿ ਰਿਹਾ ਵਾ ਨਿਰਦੇਸ਼ ਦੀ ਏਕਤਾ ਹੋਣੀ ਚਾਹੀਦੀ ਹੈ। ਇੰਪਲੋਇਜ਼ ਵੀ ਜਿਹੜਾ ਵਨ ਹੈਡ ਆ, ਔਰ ਜਿਵੇਂ ਵਨ ਡਿਪਾਰਟਮੈਂਟ ਦੇ ਲਈ ਓਨਲੀ ਵਨ ਪਲਾਨ ਹੋਣਾ ਚਾਹੀਦਾ ਵਾ ਫੋਰ ਏ ਗਰੁੱਪ ਐਕਟੀਵਿਟੀਜ਼, ਜਿਹੜੀ ਕਿ ਮਤਲਬ ਮੰਨ ਲਓ ਵੀ ਇੱਕ ਡਿਪਾਰਟਮੈਂਟ ਇੱਕ ਓਬਜੈਕਟਿਵ ਨੂੰ ਅਚੀਵ ਲਈ ਕੰਮ ਕਰ ਰਿਹਾ ਹੈ, ਦ ਹੈਵਿੰਗ ਦਾ ਸੇਮ ਓਬਜੈਕਟਿਵ, ਸਿਰਫ ਇੱਕ ਓਬਜੈਕਟਿਵ ਨੂੰ ਅਚੀਵ ਕਰਨ ਲਈ ਗਰੁੱਪ ਐਕਟੀਵਿਟੀਜ਼ ਹੋ ਰਹੀਆਂ ਨੇ, ਗਰੁੱਪ ਆਫ ਪਰਸਨਸ ਚੱਲ ਰਹੇ ਆ, ਤਾਂ ਉਹਨਾਂ ਲਈ ਸਿਰਫ ਇੱਕ ਹੀ ਹੈੱਡ ਹੋਣਾ ਚਾਹੀਦਾ ਵਾ, ਇੱਕ ਡਿਪਾਰਟਮੈਂਟ ਹੋਣਾ ਚਾਹੀਦਾ ਜਿਹੜਾ ਕਿ ਉਹਨਾਂ ਨੂੰ ਨਿਰਦੇਸ਼ ਦੇਵੇ। ਇਹਦੇ ਨਾਲ ਕੀ ਹੋਊਗਾ, ਹੈਲਪਸ ਟੂ ਡਾਇਰੈਕਟ ਆਲ ਦ ਐਫਰਟਸ ਟੂਵਰਡਸ ਆਰਗੇਨਾਈਜੇਸ਼ਨ ਗੋਲਸ, ਜਿਹੜੇ ਆਰਗੇਨਾਈਜੇਸ਼ਨ ਦੇ ਗੋਲ ਦੇ ਰਿਲੇਟਡ ਸਾਰੇ ਜਿਹੜੇ ਐਫਰਟਸ ਹੋਣਗੇ ਸਾਰੇ ਡਿਪਾਰਟਮੈਂਟਸ ਦੇ, ਇਸ ਨਾਲ ਆਪਾਂ ਡਾਇਰੈਕਟ ਕਰ ਸਕਦੇ ਹਾਂ ਆਪਦੇ ਆਰਗੇਨਾਈਜੇਸ਼ਨ ਗੋਲ ਅਚੀਵ ਕਰਨ ਵਾਸਤੇ। ਪਰਪਸ ਕੀ ਹੋਊਗਾ, ਇਸ ਨਾਲ ਯੂਨਿਟੀ ਬਰਕਰਾਰ ਹੋਊਗੀ ਅਤੇ ਕੋਆਰਡੀਨੇਸ਼ਨ ਹੋਊਗੀ, ਜਿਹੜੀ ਕੋਆਰਡੀਨੇਸ਼ਨ ਜਿਹੜੀ ਕਿ ਅੱਜ ਕੱਲ੍ਹ ਦੇ ਬਿਜ਼ਨਸ ਵਿੱਚ ਮੇਨ ਹੈ। ਨੰਬਰ 11 ਤੇ ਪ੍ਰਿੰਸੀਪਲ ਕੀ ਹੈ, ਬੈਲੈਂਸ। ਬੈਲੈਂਸ ਉਹ ਕਹਿ ਰਿਹਾ ਵਾ ਪ੍ਰੋਪਰ ਬੈਲੈਂਸ ਹੋਣਾ ਚਾਹੀਦਾ ਵਾ ਸੈਂਟਰਲਾਈਜੇਸ਼ਨ ਅਤੇ ਡੀਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਮੀਨਸ ਫਿਊ ਹੈਂਡਸ ਵਿੱਚ ਜਦੋਂ ਪਾਵਰ ਹੋਵੇ, ਡੀਸੈਂਟਰਲਾਈਜੇਸ਼ਨ ਕਾਫੀ ਹੈਂਡਸ ਵਿੱਚ ਜਦੋਂ ਪਾਵਰ ਹੋਵੇ ਟੂ ਮੈਨੇਜ ਦਾ ਗਰੋਇੰਗ ਐਕਟੀਵਿਟੀਜ਼, ਕਿਉਂਕਿ ਜਦੋਂ ਆਪਣੇ ਬਿਜ਼ਨਸ ਦੀਆਂ ਐਕਟੀਵਿਟੀਜ਼ ਵੱਧਦੀਆਂ ਨੇ ਤਾਂ ਡਿਪਾਰਟਮੈਂਟ ਨੂੰ ਆਪਾਂ ਗਾਂਹ ਵਧਾਉਣਾ ਪੈਂਦਾ ਹੈ, ਐਂਡ ਫਰਦਰ ਡਿਵਾਈਡਡ ਸਬ ਡਿਵਾਈਡਡ ਵੀ ਕਰਨਾ ਪੈਂਦੇ ਆ, ਇਨਟੂ ਸਮੋਲ ਸੈਕਸ਼ਨਸ ਵਿੱਚ ਡਿਵਾਈਡ ਕਰਨਾ ਪੈਂਦਾ ਵਾ, ਤਾਂ ਉਸਨੂੰ ਕੀ ਕਹਿੰਦੇ ਆਪਾਂ ਡੀਸੈਂਟਰਲਾਈਜੇਸ਼ਨ। ਇਸ ਲਈ ਵੀ ਆਪਾਂ ਨੂੰ ਇਹਨਾਂ ਵਿਚਕਾਰ ਬੈਲੈਂਸ ਹੋਣਾ ਚਾਹੀਦਾ ਵਾ, ਇਫੈਕਟਿਵ ਅਤੇ ਐਫੀਸ਼ੀਐਂਟ ਮੈਨੇਜਮੈਂਟ, ਤਾਂ ਕਿ ਆਪਾਂ ਕਰ ਸਕੀਏ। ਨੰਬਰ 12 ਤੇ ਫਲੈਕਸੀਬਿਲਿਟੀ ਹੋਣੀ ਚਾਹੀਦੀ ਆਪਣੇ ਆਰਗੇਨਾਈਜੇਸ਼ਨ ਵਿੱਚ। ਸੇਮ ਪੁਆਇੰਟ ਹੈ ਵੀ ਆਰਗੇਨਾਈਜਿੰਗ ਸਟਰਕਚਰ ਮਸਟ ਬੀ ਫਲੈਕਸੀਬਲ ਇਨਫ ਹੋਣਾ ਚਾਹੀਦਾ ਵਾ ਟੂ ਅਡੈਪਟ ਇਟਸੈਲਫ ਅਕੋਰਡਿੰਗ ਟੂ ਦਾ ਚੇਂਜਿੰਗ ਬਿਜ਼ਨਸ ਇਨਵਾਇਰਮੈਂਟ ਹੈ। ਬਿਜ਼ਨਸ ਇਨਵਾਇਰਮੈਂਟ ਚੇਂਜਿੰਗ ਜਿਵੇਂ ਅੱਜ ਕੱਲ੍ਹ ਹੋ ਰਿਹਾ ਵਾ, ਇਕਨੋਮਿਕ ਪੋਲਿਸੀਜ਼ ਆਉਣ ਨਾਲ ਜਾਂ ਹੋਰ ਕਾਫੀ ਜ਼ਿਆਦਾ ਚੇਂਜਿਸ ਆਉਣ ਨਾਲ, ਤਾਂ ਉਹ ਫਲੈਕਸੀਬਲ ਹੋਣਾ ਚਾਹੀਦਾ ਆਪਣਾ ਆਰਗੇਨਾਈਜੇਸ਼ਨ ਦਾ, ਤਾਂ ਕਿ ਆਪਾਂ ਅਚੀਵ ਗੋਲਸ ਕਰ ਸਕੀਏ ਵਿਦਾਊਟ ਐਨੀ ਟਾਈਪ ਆਫ ਕਨਫਿਊਜ਼ਨ ਐਂਡ ਡਿਫੀਕਲਟੀ। ਨੰਬਰ 13 ਵਾਲਾ ਪ੍ਰਿੰਸੀਪਲ ਕੀ ਕਹਿ ਰਿਹਾ, ਅਥਾਰਟੀ ਐਂਡ ਰਿਸਪੋਂਸੀਬਿਲਿਟੀ। ਉਹ ਕਹਿੰਦੇ ਰਿਲੇਸ਼ਨਸ਼ਿਪ, ਅਧਿਕਾਰ ਅਤੇ ਜ਼ਿੰਮੇਵਾਰੀ ਜਿਹੜਾ ਸੰਬੰਧ ਆ ਉਹ ਵਧੀਆ ਤਰੀਕੇ ਨਾਲ ਡਿਫਾਈਨ ਹੋਣਾ ਚਾਹੀਦਾ ਵਾ। ਅਥਾਰਟੀ ਐਂਡ ਰਿਸਪੋਂਸੀਬਿਲਿਟੀ ਮਸਟ ਮੈਚ ਈਚ ਅਦਰ, ਵੀ ਈਚ ਅਦਰ ਨਾਲ ਮੈਚ ਹੋਣੀ ਚਾਹੀਦੀ ਹੈ, ਵੀ ਜਿੰਨੀ ਕਿ ਆਪਣੇ ਕੋਲ ਅਥਾਰਟੀ ਹੈ ਉਨੀ ਕਿ ਉਹਦੇ ਲਈ ਆਪਣੇ ਕੋਲ ਰਿਸਪੋਂਸੀਬਿਲਿਟੀ ਹੋਣੀ ਚਾਹੀਦੀ ਹੈ। ਐਡੂਕੇਟ ਅਥਾਰਟੀ ਆਪਾਂ ਨੂੰ ਡੈਲੀਗੇਟ ਕਰਨੀ ਚਾਹੀਦੀ ਹੈ, ਜੇ ਆਪਣੇ ਕੰਮ ਦੇ ਅਕੋਰਡਿੰਗ ਆਪਾਂ ਨੂੰ ਅਥਾਰਟੀ ਡੈਲੀਗੇਟ ਹੋਣੀ ਚਾਹੀਦੀ ਹੈ। ਪੁਆਇੰਟਸ ਟੂ ਅਕੰਪਲਿਸ਼ ਦਾ ਟਾਸਕ, ਵੀ ਉਹਨੂੰ ਅਥਾਰਟੀ ਹੋਣੀ ਚਾਹੀਦੀ ਤਾਂ ਕਿ ਆਪਾਂ ਆਪਦਾ ਕੰਮ ਕਰ ਸਕੀਏ ਐਟ ਆਲ ਲੈਵਲਸ ਆਫ ਮੈਨੇਜਮੈਂਟ। ਤਾਂ ਅਥਾਰਟੀ ਐਂਡ ਰਿਸਪੋਂਸੀਬਿਲਿਟੀ ਰਿਲੇਸ਼ਨਸ਼ਿਪ ਦਾ ਪ੍ਰਿੰਸੀਪਲ ਵੀ ਆਪਣੇ ਕੋਲ ਬਹੁਤ ਇਫੈਕਟਿਵ ਹੋਣਾ ਚਾਹੀਦਾ। ਨੰਬਰ 14 ਤੇ ਲੀਡਰਸ਼ਿਪ। ਲੀਡਰਸ਼ਿਪ ਕੀ ਆ, ਵੀ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਹੋਣਾ ਚਾਹੀਦਾ ਸ਼ੁੱਡ ਬੀ ਸੋ ਡਿਜ਼ਾਈਨ, ਇਸ ਤਰ੍ਹਾਂ ਡਿਜ਼ਾਈਨ ਹੋਣਾ ਚਾਹੀਦਾ ਦੈਟ ਪ੍ਰੋਵਾਈਡ ਸਫੀਸ਼ੀਐਂਟ ਸਕੋਪ। ਸਕੋਪ ਮਤਲਬ ਖੇਤਰ ਪ੍ਰੋਵਾਈਡ ਕਰਦਾ ਹੈ ਟੂ ਮੈਨੇਜਮੈਂਟ ਟੂ ਗਿਵ ਇਫੈਕਟਿਵ ਲੀਡਰਸ਼ਿਪ ਐਟ ਐਵਰੀ ਲੈਵਲ, ਤਾਂ ਕਿ ਉਹ ਆਪਣੇ ਡਾਇਰੈਕਟ ਕਰ ਸਕੇ ਲੀਡਰਸ਼ਿਪ, ਆਪਣੇ ਲੀਡਰ ਦਾ ਕੰਮ ਕਰ ਸਕੇ ਆਪਣਾ ਆਰਗੇਨਾਈਜੇਸ਼ਨ ਸਟਰਕਚਰ। ਇਸ ਤਰ੍ਹਾਂ ਦਾ ਆਪਣਾ ਆਰਗੇਨਾਈਜੇਸ਼ਨ ਸਟਰਕਚਰ ਹੋਣਾ ਚਾਹੀਦਾ ਵਾ। ਨੰਬਰ 15 ਤੇ ਕੀ ਐਫੀਸ਼ੀਐਂਸੀ, ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਹੋਵੇਗਾ ਮਸਟ ਅਨੇਬਲ ਦਾ ਮੈਨੇਜਮੈਂਟ ਨੂੰ ਯੋਗ ਬਣਾਉਣਾ ਦੇ ਯੋਗ ਹੋਵੇ, ਵੀ ਉਹ ਅਚੀਵ ਕਰੇ ਇਟਸ ਗੋਲਸ ਐਟ ਮਿਨੀਮਮ ਕੋਸਟ, ਘੱਟ ਤੋਂ ਘੱਟ ਪੈਸੇ ਆਪਾਂ ਖਰਚ ਕਰਕੇ ਆਪਾਂ ਵੱਧ ਤੋਂ ਵੱਧ ਉਹਦਾ ਲਾਭ ਉਠਾ ਸਕੀਏ, ਆਰਗੇਨਾਈਜੇਸ਼ਨ ਗੋਲ ਅਚੀਵ ਕਰ ਸਕੀਏ। ਇਸ ਲਈ ਜਿਹੜੀ ਐਫੀਸ਼ੀਐਂਸੀ ਵਿੱਚ ਵਾਧਾ ਕਰਨ ਵਾਲਾ ਆਰਗੇਨਾਈਜੇਸ਼ਨ ਸਟਰਕਚਰ ਆਪਾਂ ਨੂੰ ਚਾਹੀਦਾ ਵਾ। ਸੋ ਆਰਗੇਨਾਈਜੇਸ਼ਨ ਸਟਰਕਚਰ ਮੇਕ ਆਪਟੀਮਮ ਯੂਜ਼ ਆਫ ਹਿਊਮਨ ਐਂਡ ਅਦਰ ਫਿਜ਼ੀਕਲ ਰਿਸੋਰਸਿਸ। ਹਿਊਮਨ ਮੀਨਸ ਜਿਹੜੇ ਕਰਮਚਾਰੀ ਆਪਣੇ ਕੋਲ ਕੰਮ ਕਰ ਰਹੇ ਇੰਪਲੋਇਜ਼, ਦੈਨ ਕੀ ਹੈ ਫਿਜ਼ੀਕਲ ਰਿਸੋਰਸਿਸ ਕੀ ਹੈ ਕੈਪੀਟਲ ਐਂਡ ਲੈਂਡ। At the end, like, comment and share the video, guys. Don't forget to subscribe our channel. Stay home, stay here safe. Thank you. Have a nice day ahead.